ਇੱਕ ਵੀਕ ਤੇ ਸਰ ਇਹਦੀ ਬੈਨੀਫਿਸ਼ਰੀ ਟੋਟਲ ਜਿਹੜੀ ਸੀ 858। ਸਤਿ ਸ਼੍ਰੀ ਅਕਾਲ। ਅਸੀਂ ਅੱਜ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਸ਼ਹਿਰੀਆਂ ਦਾ ਆਪਣੇ ਫੇਸਬੁੱਕ ਪੇਜ ਤੇ ਸਵਾਗਤ ਕਰਦੇ ਹਾਂ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਅੰਦਰ ਇੱਕ ਨਵਾਂ ਪ੍ਰਯਾਸ ਉਪਰਾਲਾ ਜਿਹੜਾ ਲੈ ਕੇ ਹਾਜ਼ਰ ਹੋ ਰਹੇ ਹਾਂ, ਜਿਹਦੇ ਰਿਗਾਰਡਿੰਗ ਅਸੀਂ ਹਰ ਰੋਜ਼ ਤੁਹਾਨੂੰ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਲੈ ਕੇ ਚੱਲਾਂਗੇ, ਜਿਹਦੇ ਵਿੱਚ ਦੱਸਿਆ ਜਾਏਗਾ ਕਿ ਕਰੋਨਾ ਕਾਲ ਦੇ ਦੌਰਾਨ ਉਸ ਦਫ਼ਤਰ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੇ ਵਿੱਚ ਰਹਿੰਦੇ ਹੋਏ ਕੀ ਕਾਰਗੁਜ਼ਾਰੀ ਕੀਤੀ ਗਈ ਅਤੇ ਲੋਕਾਂ ਦੀਆਂ ਸੁਵਿਧਾਵਾਂ ਦੇ ਲਈ ਉਹਨਾਂ ਨੇ ਕਿਸ ਕਾਰਿਆ ਪ੍ਰਣਾਲੀ ਦੇ ਨਾਲ ਆਪਣੇ ਵਿਭਾਗੀ ਮੰਤਵ ਨੂੰ ਲੋਕਾਂ ਤੱਕ ਪਹੁੰਚਾਇਆ। ਸੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਖੇਤੀਬਾੜੀ ਵਿਭਾਗ ਦੇ ਮੁੱਖ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਪਠਾਨਕੋਟ ਵਿਖੇ, ਜਿੱਥੇ ਅਸੀਂ ਗੱਲਬਾਤ ਕਰਾਂਗੇ ਡਾਕਟਰ ਹਰਤਨ ਸਿੰਘ ਜੀ, ਚੀਫ ਐਗਰੀਕਲਚਰ ਪਠਾਨਕੋਟ ਜੀ ਨਾਲ। ਡਾਕਟਰ ਸਾਹਿਬ, ਸਵਾਗਤ ਹੈ ਜੀ ਆਪ ਜੀ ਦਾ ਪ੍ਰੋਗਰਾਮ 'ਚ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਕਰੋਨਾ ਕਾਲ ਦੇ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਕਾਰਜਾਂ ਦੇ ਵਿੱਚ ਜਾਂ ਕਿਸਾਨਾਂ ਨੂੰ ਲੈ ਕੇ ਕੀ ਯੋਗਦਾਨ ਪਾਇਆ ਗਿਆ ਜੀ? ਸਰ, ਮਹਿਕਮਾ ਖੇਤੀਬਾੜੀ ਪਠਾਨਕੋਟ ਮਾਨਯੋਗ ਡਿਪਟੀ ਕਮਿਸ਼ਨਰ ਸੰਜਮ ਅਗਰਵਾਲ ਜੀ ਦੀ ਯੋਗ ਅਗਵਾਈ ਦੇ ਵਿੱਚ ਸਾਡੇ ਮਹਿਕਮੇ ਵੱਲੋਂ ਜਿਹੜਾ ਆ ਪਿਛਲੇ ਕੋਵਿਡ ਦੌਰਾਨ, ਕਿਉਂਕਿ ਮੈਂ ਥੋੜ੍ਹਾ ਜਿਹਾ ਵਿਸਤਾਰ 'ਚ ਜਾਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕੋਈ 47,000 ਹੈਕਟੇਅਰ ਰਕਬਾ ਜਿਹੜਾ ਆ ਫਸਲਾਂ ਦੇ ਅਧੀਨ ਹੈਗਾ, ਜਿਹਦੇ ਵਿੱਚ 41,000 ਦੇ ਹੈਕਟੇਅਰ ਰਕਬਾ ਜਿਹੜਾ ਕਣਕ ਥੱਲੇ ਆ, ਔਰ 28,000 ਦੇ ਕਰੀਬ ਰਕਬਾ ਜਿਹੜਾ ਆ ਉਹ ਝੋਨੇ ਦੇ ਥੱਲੇ ਆ, ਔਰ 7,790 ਹੈਕਟੇਅਰ ਦੇ ਕਰੀਬ ਜਿਹੜਾ ਰਕਬਾ ਸਾਡੇ ਕੋਲ ਜਿਹੜਾ ਆ ਉਹ ਮੱਕੀ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਗੰਨੇ ਦੇ ਵਿੱਚ ਸਾਡੇ ਕੋਲ ਜਿਹੜਾ ਹੈ 4,000 ਦੇ ਹੈਕਟੇਅਰ ਰਕਬੇ ਦੇ ਵਿੱਚ ਜਿਹੜੀ ਆ ਮੱਕੀ ਲਗਾਈ ਜਾਂਦੀ ਹੈਗੀ ਹੈ। ਅਸੀਂ ਇਸ ਕਰੋਨਾ ਕਾਲ ਦੇ ਦੌਰਾਨ ਜਿਹੜਾ ਆ ਤੁਹਾਡੇ ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮਹਿਕਮੇ ਵੱਲੋਂ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਦੀ ਕਟਾਈ ਜਿਹੜੀ ਕੀਤੀ ਗਈ ਹੈ, ਉਹਦੇ ਵਿੱਚ ਉਹਨਾਂ ਨੂੰ ਉਹਨਾਂ ਦੀਆਂ ਮਸ਼ੀਨਰੀ ਨੂੰ ਅਸੀਂ ਜਿਹੜਾ ਸੀਗਾ ਉਹਨੂੰ ਅਸੀਂ ਸੈਨੀਟਾਈਜ਼ ਕੀਤਾ ਸੀਗਾ। ਉਹਨਾਂ ਦੇ ਲੇਬਰ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਸੈਨੀਟਾਈਜ਼ ਕਰਨ ਵਾਸਤੇ ਔਰ ਉਹਨਾਂ ਨੂੰ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਅਸੀਂ ਜਿਹੜਾ ਸੀ ਪਿੰਡ ਪੱਧਰ ਦੇ ਵਿੱਚ ਜਾ ਕੇ ਉਹਨਾਂ ਦੀ ਮਸ਼ੀਨਰੀ ਔਰ ਲੇਬਰ ਉਹਨਾਂ ਨੂੰ ਇਹ ਗਾਈਡ ਕੀਤਾ ਕਿ ਆਪਾਂ ਕਰੋਨੇ ਦੀਆਂ ਜੋ ਵੀ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਤੋਂ ਆਪਾਂ ਕਿਵੇਂ ਉਹਨਾਂ ਦਾ ਪਾਲਣ ਕਰਨਾ ਹੈ, ਕਿਵੇਂ ਉਹ ਤੋਂ ਬਚਣਾ ਹੈ। ਇਹ ਸਾਰੀ ਅਸੀਂ ਕੰਪੇਨ ਜਿਹੜੀ ਸੀ ਲਗਾਤਾਰ ਚਲਾਈ ਸੀ। ਉਸ ਤੋਂ ਬਾਅਦ ਅਸੀਂ ਮੰਡੀਆਂ ਦੇ ਵਿੱਚ ਵੀ ਜਿਹੜਾ ਸੀਗਾ ਉਹਨੂੰ ਸੈਨੀਟਾਈਜ਼ ਕਰਵਾਇਆ ਸੀਗਾ। ਜਿਹੜੇ ਕਿਸਾਨ ਵੀਰ ਮੰਡੀਆਂ ਦੇ ਵਿੱਚ ਆਪਣੀ ਦਾਣਾ ਲੈ ਕੇ ਆਉਂਦੇ ਸੀ, ਅਸੀਂ ਉਹਨਾਂ ਨੂੰ ਵੀ ਗਾਈਡ ਕਰਦੇ ਰਹੇ ਕਿ ਤੁਸੀਂ ਕਿਸ ਤਰ੍ਹਾਂ ਡਿਸਟੈਂਸਿੰਗ ਦੀ ਪਾਲਣਾ ਕਰਨੀ ਹੈ, ਕਿਵੇਂ ਜਿਹੜੇ ਹੈਗੇ ਹੱਥ ਵਗੈਰਾ ਧੋਣੇ ਨੇ, ਸੈਨੀਟਾਈਜ਼ਰ ਦੀ ਕਿਵੇਂ ਵਰਤੋਂ ਕਰਨੀ ਹੈ, ਮਾਸਕ ਦੀ ਕਿਵੇਂ ਵਰਤੋਂ ਕਰਨੀ ਹੈ, ਇਹ ਸਾਰਾ ਅਸੀਂ ਦੱਸਦੇ ਰਹੇ ਹਾਂ। ਇਸ ਤੋਂ ਇਲਾਵਾ ਲੋਕਡਾਊਨ ਦੇ ਦੌਰਾਨ ਜਿਹੜਾ ਆ ਸਾਡੇ ਵੱਲੋਂ ਜਿਹੜੇ ਇਨਪੁਟਸ ਜਿਹੜੀ ਕਿਸਾਨਾਂ ਦੀ ਇੱਕ ਬਹੁਤ ਜ਼ਰੂਰਤ ਹੁੰਦੀ ਹੈ, ਜਿਹਦੇ ਨਾਲ ਅਸੀਂ ਅਗਲੀ ਫਸਲ ਬੀਜਣੀ ਹੁੰਦੀ ਹੈ, ਇਨਪੁਟਸ ਜਿਹੜੀਆਂ ਆ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਅਗਵਾਈ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਬਿਲਕੁਲ ਹੀ ਕਾਮਯਾਬ ਹੋਏ ਹਾਂ। ਜਿਹਦੇ ਵਿੱਚ ਇਨਪੁਟਸ ਦੇ ਵਿੱਚ ਸਾਡੀਆਂ ਖਾਦਾਂ ਨੇ, ਦਵਾਈਆਂ ਨੇ, ਬੀਜ ਨੇ, ਅਸੀਂ ਉਹ ਕਿਸਾਨਾਂ ਤੱਕ ਜਿਹੜੇ ਆ ਸਮੇਂ ਸਿਰ ਜਿਹੜੇ ਆ ਮੁਹੱਈਆ ਕਰਾਏ। ਇੱਥੋਂ ਤੱਕ ਕਿ ਜਿਹੜੇ ਕਿਸਾਨ ਸ਼ਹਿਰ ਦੇ ਵਿੱਚ ਰਹਿੰਦੇ ਸੀ ਔਰ ਉਹਨਾਂ ਦੇ ਖੇਤ, ਉਹਨਾਂ ਦੀਆਂ ਫਸਲਾਂ ਜਿਹੜੀਆਂ ਸੀਗੀਆਂ ਪਿੰਡਾਂ ਵਿੱਚ ਸਨ, ਉਹਨਾਂ ਨੂੰ ਅਸੀਂ ਪਾਸ ਵੀ ਜਿਹੜੇ ਸੀ ਉਹ ਜਾਰੀ ਕਰਦੇ ਸੀਗੇ। ਔਰ ਹੋਰ ਵੀ ਜਿਹੜੀਆਂ ਇਨਪੁਟਸ ਨੇ, ਜਿਸ ਤਰ੍ਹਾਂ ਤੇਲ ਨੇ ਔਰ ਜਿਹੜੀਆਂ ਰਿਪੇਅਰ ਦੀਆਂ ਦੁਕਾਨਾਂ ਸੀ, ਉਹਨਾਂ ਨੂੰ ਵੀ ਅਸੀਂ ਸਮੇਂ-ਸਮੇਂ ਜਿਹੜੇ ਆ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਹਨਾਂ ਨੂੰ ਖਿਲਾਉਂਦੇ ਰਹੇ ਹਾਂ, ਤਾਂ ਜੋ ਕਿਸਾਨ ਜਿਹੜਾ ਆ ਉਹਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋ ਸਕੇ। ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਵੱਲੋਂ ਜਿਹੜਾ ਕਰੋਨਾ ਕਾਲ ਦੌਰਾਨ ਜਿਹੜਾ ਆ ਉਹ ਹਰ ਕੰਮ ਜਿਹੜਾ ਆ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਆ ਉਹ ਕੀਤਾ ਜਾਂਦਾ ਰਿਹਾ। ਬਿਲਕੁਲ ਡਾਕਟਰ ਸਾਹਿਬ, ਆਪ ਜੀ ਨੇ ਜਿਵੇਂ ਕਿ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਹੀ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਗਿਆ। ਫਸਲ ਲਗਾਉਣ ਦੇ ਲਈ ਅੱਗੇ ਕਿਸ ਤਰ੍ਹਾਂ ਉਸ ਕੰਮ ਨੂੰ ਲੈ ਕੇ ਚੱਲਦਾ ਉਹਦੇ ਬਾਰੇ ਵੀ ਦੱਸਿਆ ਗਿਆ। ਡਾਕਟਰ ਸਾਹਿਬ, ਪੁੱਛਣਾ ਚਾਹਾਂਗੇ ਕਿ ਜ਼ਿਲ੍ਹਾ ਪੱਧਰ ਉੱਤੇ, ਬਲਾਕ ਪੱਧਰ ਦੇ ਉੱਤੇ ਕੁਝ ਅਜਿਹੇ ਕਾਰਜ ਕੀਤੇ ਗਏ ਜਿਨ੍ਹਾਂ ਨਾਲ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਜੀ? ਹਾਂਜੀ, ਠੀਕ ਹੈ ਜੀ। ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਇਹ ਜਿੰਨੇ ਵੀ ਕਾਰਜ ਅਸੀਂ ਕੀਤੇ ਆ, ਅਸੀਂ ਸਾਰੇ ਡਿਸਟ੍ਰਿਕਟ ਪਠਾਨਕੋਟ ਦੇ ਕਿਸਾਨਾਂ ਵਾਸਤੇ ਜਿਹੜੇ ਆ ਸਾਰੇ ਕੀਤੇ ਨੇ। ਪਰ ਇੱਥੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਵਿਸਤਾਰਪੂਰਵਕ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਕਰੋਨਾ ਕਾਲ ਦੌਰਾਨ ਜਿਹੜਾ ਆ ਪਿੰਡਾਂ ਦੇ ਵਿੱਚ ਕੋਈ ਲਗਭਗ 140 ਕੈਂਪ ਜਿਹੜੇ ਸੀ ਅਸੀਂ ਉਹ ਲਗਵਾਏ ਸੀਗੇ, ਔਰ ਬਲਾਕ ਪੱਧਰ ਦੇ ਜਿਹੜੇ
ਕੈਂਪ ਸੀ ਉਹ 6 ਲਗਵਾਏ ਸੀਗੇ, ਜਿਹਦੇ ਵਿੱਚ ਅਸੀਂ ਘੱਟ ਤੋਂ ਘੱਟ 2000 ਕਿਸਾਨਾਂ ਨੂੰ ਜਿਹੜਾ ਸੀਗਾ ਉਹ ਇਹਦੇ ਵਿੱਚ ਕਿਸਾਨਾਂ ਨੇ ਪਾਰਟਿਸਿਪੇਟ ਕੀਤਾ ਸੀ ਔਰ 2000 ਕਿਸਾਨਾਂ ਤੱਕ ਅਸੀਂ ਪਹੁੰਚ ਕੀਤੀ ਸੀ। ਔਰ ਉਹਨਾਂ ਨੂੰ ਕੋਵਿਡ ਦੀਆਂ ਜਿੱਥੇ ਅਸੀਂ ਤਕਨੀਕੀ ਜਾਣਕਾਰੀ ਉਹਨਾਂ ਨੂੰ ਦਿੰਦੇ ਸੀਗੇ ਕਿ ਬਰਨਿੰਗ ਜਿਹੜੀ ਆ ਉਹ ਤੋਂ ਕਿਵੇਂ ਬਚਣਾ ਆ, ਸਿੱਧੀ ਬਿਜਾਈ ਬਾਰੇ ਕਿਵੇਂ ਕਰਨਾ ਹੈ, ਖਾਦਾਂ ਦੀ ਵਰਤੋਂ ਘੱਟ ਕਿਵੇਂ ਕਰਨੀ ਹੈ, ਦਵਾਈਆਂ ਦੀ ਵਰਤੋਂ ਸਮੇਂ ਸਿਰ ਕਿਵੇਂ ਕਰਨੀ ਹੈ, ਉਹਦੇ ਨਾਲ ਜਿਹੜੀਆਂ ਕੋਵਿਡ ਦੀਆਂ ਜਿਹੜੀਆਂ ਹਦਾਇਤਾਂ ਸੀਗੀਆਂ ਉਹਨਾਂ ਨੂੰ ਅਸੀਂ ਬਿਲਕੁਲ ਆਪਣੇ ਕੈਂਪਾਂ ਦੇ ਵਿੱਚ ਜਿਹੜਾ ਹੈ ਕਿਸਾਨਾਂ ਨੂੰ ਅਸੀਂ ਜਾਗਰੂਕ ਕਰਦੇ ਰਹੇ ਹਾਂ। ਔਰ ਇਸ ਤੋਂ ਇਲਾਵਾ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਅਸੀਂ ਮਿੱਟੀ ਦੀ ਜਿਹੜੀ ਸਿਹਤ ਆ ਉਹਨੂੰ ਬਰਕਰਾਰ ਰੱਖਣ ਵਾਸਤੇ ਪਿਛਲੇ ਸਾਲ ਅਸੀਂ ਕੋਈ 503 ਦੇ ਕਰੀਬ ਜਿਹੜੇ ਸੈਂਪਲ ਜਿਹੜੇ ਆ ਮਿੱਟੀ ਦੇ ਟੈਸਟ ਕਰਕੇ ਔਰ ਉਹ ਕਿਸਾਨਾਂ ਨੂੰ ਵੰਡੇ ਸੀ ਔਰ ਕਿਸਾਨਾਂ ਨੂੰ ਉਹਦੇ ਮੁਤਾਬਕ ਖਾਦਾਂ ਜਿਹੜੀਆਂ ਉਹ ਪਵਾਈਆਂ ਗਈਆਂ ਸੀ। ਇਸ ਤੋਂ ਇਲਾਵਾ ਅਸੀਂ ਸਬਸਿਡੀ ਦੇ ਉੱਪਰ ਜਿਹੜਾ ਸੀਡ ਦਿੱਤਾ ਸੀਗਾ, ਜਿਹੜਾ ਕਿ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਹਿਸਾਬ ਨਾਲ ਸਰਟੀਫਾਈਡ ਸੀਡ ਜਿਹੜਾ ਸਰਕਾਰ ਵੱਲੋਂ ਜਿਹੜਾ ਆਇਆ ਸੀ ਉਹ ਕਿਸਾਨਾਂ ਨੂੰ ਦਿੱਤਾ, ਜਿਹਦੇ ਵਿੱਚ 7,17,650 ਰੁਪਏ ਦੀ ਸਬਸਿਡੀ ਜਿਹੜੀ ਹੈ ਉਹ ਅਸੀਂ 858 ਕਿਸਾਨਾਂ ਨੂੰ ਜਿਹੜੀ ਸੀ ਉਹਨਾਂ ਦੇ ਖਾਤਿਆਂ ਵਿੱਚ ਸਿੱਧੀ ਜਿਹੜੀ ਆ ਉਹ ਪਵਾਈ ਗਈ ਸੀ। ਇਸ ਤੋਂ ਇਲਾਵਾ ਅਸੀਂ ਸਾਡੀ ਜਿਹੜੀ CRM ਸਕੀਮ ਹੈ ਜਿਹਦੇ ਵਿੱਚ ਅਸੀਂ ਕਿਸਾਨਾਂ ਨੂੰ ਇੰਪਲੀਮੈਂਟਸ ਦਿੰਦੇ ਹੈਗੇ ਆ, ਜਿਹੜੀ ਸਾਡੀ ਫਸਲਾਂ ਦੀ ਰਹਿੰਦ ਖੂੰਹਦ ਆ ਉਹਨੂੰ ਖੇਤਾਂ 'ਚ ਕਿਵੇਂ ਵਾਹੁਣਾ ਹੈ ਔਰ ਉਹਦੇ ਲਈ ਜਿਹੜੇ ਅਸੀਂ ਸੰਦ ਦਿੱਤੇ ਸੀ ਉਹ ਸਾਡੇ ਕੋਲ ਪਿਛਲੇ ਸਾਲ ਗਰੁੱਪਾਂ ਦੇ ਵਿੱਚ ਜਿਹੜੀ ਸਾਡੇ ਕੋਲ ਜਿਹੜੇ 7 ਗਰੁੱਪਾਂ ਨੇ ਅਪਲਾਈ ਕੀਤਾ ਸੀਗਾ ਔਰ 7 ਨੂੰ ਅਸੀਂ ਸਬਸਿਡੀ 'ਤੇ ਸੰਦ ਦਿੱਤੇ ਆ। 17 ਜਿਹੜੇ ਪਰਸਨਲ ਲੋਕਾਂ ਨੇ ਜਿਹੜਾ ਅਪਲਾਈ ਕੀਤਾ ਸੀ ਉਹਨਾਂ ਨੂੰ ਦਿੱਤੇ ਨੇ ਔਰ ਉਹਨਾਂ ਦੀ ਮੈਂ ਬੜਾ ਤੁਹਾਨੂੰ ਮਹਿਸੂਸ ਕਰਦਾ, ਫਖਰ ਮਹਿਸੂਸ ਕਰਦਾ ਕਿ ਅਸੀਂ ਸਾਰਿਆਂ ਕਿਸਾਨਾਂ ਨੇ ਜਿਨ੍ਹਾਂ ਨੇ ਸਾਡੇ ਤੋਂ ਅਪਲਾਈ ਕੀਤੇ ਸਾਰਿਆਂ ਦੀ ਸਬਸਿਡੀ ਜਿਹੜੀ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਹੁਣ ਤੱਕ ਅਸੀਂ ਪਹੁੰਚਾ ਚੁੱਕੇ ਹੈਗੇ। ਭਾਵੇਂ ਕਿ ਡਾਕਟਰ ਸਾਹਿਬ ਦੇਖਿਆ ਜਾ ਰਿਹਾ ਵੀ ਕਰੋਨਾ ਕਾਲ ਦੇ ਦੌਰਾਨ ਹਰ ਤਰ੍ਹਾਂ ਦਾ ਜਿਹੜਾ ਵਰਗ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਹੋਇਆ, ਪਰ ਪੰਜਾਬ ਸਰਕਾਰ ਵੱਲੋਂ ਜੋ ਵੀ ਫੈਸਿਲਿਟੀਜ਼ ਕਿਸਾਨਾਂ ਨੂੰ ਦਿੱਤੀ ਗਈ ਹੈ ਉਹ ਆਪ ਜੀ ਦੇ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਸਮੇਂ-ਸਮੇਂ ਤੇ ਪਹੁੰਚਾਈ ਗਈ ਹੈ। ਡਾਕਟਰ ਸਾਹਿਬ ਜੀ ਇੱਕ ਜਾਣਕਾਰੀ ਦਿਓ ਕਿ ਕਰੋਨਾ ਕਾਲ ਦੇ ਦੌਰਾਨ ਕੀ ਵਿਭਾਗ ਦੀ ਕਾਰਜ ਪ੍ਰਣਾਲੀ ਦੇ ਵਿੱਚ ਵੀ ਕੋਈ ਫੇਰਬਦਲ ਆਇਆ? ਦੇਖੋ, ਜਦੋਂ ਮਹਾਮਾਰੀ ਚੱਲਦੀ ਹੋਵੇ ਤੇ ਤੁਹਾਨੂੰ ਪਤਾ ਹੀ ਹੈ ਕਿ ਥੋੜ੍ਹਾ ਬਹੁਤਾ ਜਿਹੜਾ ਹੈ ਹਰ ਬੰਦੇ ਨੂੰ ਅਫੈਕਟ ਕਰਦੀ ਹੈ। ਉਹਨਾਂ ਮਹਿਕਮੇ ਦੇ ਕੰਮਾਂ ਨੂੰ ਵੀ ਥੋੜ੍ਹਾ ਬਹੁਤਾ ਅਸਰ ਕੀਤਾ, ਪਰ ਮੈਂ ਇਹ ਸਮਝਦਾ ਕਿ ਮਹਿਕਮਾ ਖੇਤੀਬਾੜੀ ਪਠਾਨਕੋਟ ਵੱਲੋਂ ਜਿਹੜਾ ਹੈ ਸਗੋਂ ਇਸ ਦੌਰਾਨ ਜਿਹੜਾ ਆ ਉਹ ਜ਼ਿਆਦਾ ਕੰਮ ਕੀਤਾ ਗਿਆ ਹੈ ਔਰ ਅਸੀਂ ਕਿਸਾਨਾਂ ਨੂੰ, ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਅਸੀਂ ਕਿਸੇ ਇਨਪੁਟਸ ਦੀ ਉਹਨਾਂ ਨੂੰ ਪ੍ਰੋਬਲਮ ਨਹੀਂ ਆਉਣ ਦਿੱਤੀ ਹੈਗੀ। ਉਹਨਾਂ ਦੀ ਜਿਹੜੀ ਉਪਜ ਹੈ ਉਹਨੂੰ ਮੰਡੀਆਂ ਦੇ ਵਿੱਚ ਵਿਕਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਹੈਗੀ, ਕਿਸੇ ਵੀ ਉਹਨਾਂ ਨੂੰ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਨਹੀਂ ਕਰਨ ਦਿੱਤਾ ਹੈਗਾ। ਸਮੇਂ-ਸਮੇਂ ਸਿਰ ਅਸੀਂ ਮੰਡੀਆਂ ਦੇ ਵਿੱਚ ਚੈਕਿੰਗ ਕਰਦੇ ਰਹੇ ਹੈਗੇ ਆ, ਉਹਨਾਂ ਦੇ ਜਿਹੜੇ ਉਹਨਾਂ ਦੀ ਜਿਹੜੀ ਉਪਜ ਹੈ ਉਹਨੂੰ ਅਸੀਂ ਜਿਹੜਾ ਸਮੇਂ ਸਿਰ ਜਿਹੜਾ ਵਿਕ ਸਕੇ ਉਹਦੇ 'ਚ ਵੀ ਕੋਈ ਦਿੱਕਤ ਨਾ ਆਵੇ। ਇੱਥੋਂ ਤੱਕ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਅਸੀਂ ਸਾਡੇ ਕੋਲ ਪਿਛਲੇ ਸਾਲ ਜਿਹੜਾ ਸੀ DSR ਜਿਹਨੂੰ ਸਿੱਧੀ ਬਿਜਾਈ ਕਹਿੰਦੇ ਹੈਗੇ ਆ, ਕਿਉਂਕਿ ਲੇਬਰ ਕੰਪੋਨੈਂਟ ਬੜਾ ਇੱਕ ਇੰਪੋਰਟੈਂਟ ਕੰਪੋਨੈਂਟ ਸੀਗਾ, ਕਿਉਂਕਿ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਸਾਡੇ ਵੀਰ ਜਿਹੜੇ ਉਹ ਜਦੋਂ ਪੰਜਾਬ 'ਚੋਂ ਪਲਾਇਨ ਕਰ ਗਏ ਤੇ ਅਸੀਂ DSR ਦੀ ਇੱਕ ਸਕੀਮ ਨੂੰ ਜਿਹੜਾ ਬੜਾ ਹੁੰਗਾਰਾ ਬੜੇ ਵੱਡੇ ਪੱਧਰ 'ਤੇ ਲੈ ਕੇ ਗਏ ਸੀ ਔਰ ਜਿਸ ਨਾਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ ਸਾਲ ਜਿਹੜਾ ਸਾਡਾ ਸਿਰਫ 9 ਏਕੜ ਰਕਬਾ ਸਾਡੇ ਕੋਲ ਸੀਗਾ DSR ਦਾ, ਜਿਹੜਾ ਅਸੀਂ ਕਰੋਨਾ ਕਾਲ ਦੇ ਦੌਰਾਨ ਪਿਛਲੇ ਸਾਲ ਜਿਹੜਾ ਆ 927 ਏਕੜ ਰਕਬਾ ਜਿਹੜਾ ਆ ਉਹ ਅਸੀਂ DSR ਦੇ ਥੱਲੇ ਲਿਆਂਦਾ ਸੀਗਾ ਔਰ ਉਹਦੇ ਬੜੇ ਅੱਛੇ ਰਿਜ਼ਲਟ ਜਿਹੜੇ ਨੇ ਉਹ ਸਾਨੂੰ ਦੇਖਣ ਨੂੰ ਮਿਲੇ। ਇਸ ਵਾਰ ਅਸੀਂ ਜਿਹੜਾ ਆ ਇਸੇ ਕਰੋਨਾ ਦੌਰਾਨ ਹੀ ਅਸੀਂ ਜਿਹੜਾ ਆ ਇਹਨੂੰ 2-3 ਹਜ਼ਾਰ ਦੇ ਉੱਪਰ ਲੈ ਕੇ ਜਾਵਾਂਗੇ। ਵੱਡੇ ਪੱਧਰ 'ਤੇ ਸਾਡਾ ਇਹ ਕੰਮ ਚੱਲ ਵੀ ਰਿਹਾ ਹੈ। ਡਾਕਟਰ ਸਾਹਿਬ, ਦੇਖਣ ਵਿੱਚ ਆਇਆ ਕਿ ਜਿਸ ਤਰ੍ਹਾਂ ਅਸੀਂ ਕਰੋਨਾ ਦੀ ਪਹਿਲੀ ਲਹਿਰ ਦੇ ਵਿੱਚੋਂ ਗੁਜ਼ਰੇ ਸੀ ਜਿਹਦਾ ਪ੍ਰਭਾਵ ਸਿਟੀ ਦੇ ਅੰਦਰ, ਅਰਬਨ ਖੇਤਰ ਦੇ ਅੰਦਰ ਜ਼ਿਆਦਾ ਦੇਖਣ ਨੂੰ ਮਿਲਿਆ, ਅਤੇ ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਕਰੋਨਾ ਦੀ ਸੈਕੰਡ ਲਹਿਰ ਚੱਲਣ ਦੀ ਹੈ ਇਹਦਾ ਕਿਤੇ ਨਾ ਕਿਤੇ ਆਪਾਂ ਮੰਨ ਰਹੇ ਹਾਂ ਵੀ ਪਿੰਡਾਂ ਦੇ ਵਿੱਚ ਜ਼ਿਆਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ। ਪਿੰਡਾਂ ਦੇ ਵਿੱਚ ਇੱਕ ਕਿਸਾਨਾਂ ਦੀ ਸਾਡੀ ਬਹੁਤ ਵੱਡੀ ਲੋਬੀ ਹੈ ਅਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ 2.0 ਵੀ ਲਾਂਚ ਕੀਤਾ ਗਿਆ। ਕਿ ਵਿਭਾਗ ਵੱਲੋਂ ਕੁਝ ਅਜਿਹੇ ਮਿਸ਼ਨ ਫਤਿਹ ਨੂੰ ਲੈ ਕੇ ਕੋਈ ਅੱਗੇ ਭਵਿੱਖ ਦੇ ਲਈ ਕੋਈ ਪਲੈਨਿੰਗ ਕੀਤੀ ਗਈ ਹੈ ਜੀ? ਬੜਾ ਵਧੀਆ ਸਵਾਲ ਹੈ ਜੀ ਤੁਹਾਡਾ। ਅਸੀਂ ਜਿਸ ਤਰ੍ਹਾਂ ਪਿਛਲੇ ਸਾਲ ਕੋਵਿਡ ਮਾਰਚ ਵਿੱਚ ਲੋਕਡਾਊਨ ਲੱਗਾ ਹੈ ਔਰ ਉਹ ਲਗਾਤਾਰਤਾ 'ਤੇ ਚੱਲਦਾ ਆ ਰਿਹਾ, ਅਸੀਂ ਲਗਾਤਾਰਤਾ ਦੇ ਵਿੱਚ ਹੀ ਜਿਹੜੇ ਹੈਗੇ ਨੇ ਇਹ ਸਾਰੀਆਂ ਚੁਣੌਤੀਆਂ ਜਿਹੜੀਆਂ ਆ ਉਹਨਾਂ ਨੂੰ ਮੰਨ ਕੇ ਚੱਲੇ ਹੋਏ ਆ ਔਰ ਅਸੀਂ ਕਿਸਾਨਾਂ ਨੂੰ ਕਿਸੇ ਕਿਸਮ ਦੀ ਜਿਹੜੀ ਆ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਔਰ ਭਵਿੱਖ ਵਿੱਚ ਵੀ ਜਿਹੜਾ ਹੈ ਕਿਸਾਨਾਂ ਨੂੰ ਕਿਸੇ ਕਿਸਮ ਦੀ ਜਿਹੜੀ ਆ ਅਸੀਂ ਆਪਣੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ। ਮੈਂ ਤੁਹਾਡੇ ਧਿਆਨ 'ਚ ਇੱਕ ਹੋਰ ਚੀਜ਼ ਲਿਆਉਣਾ ਚਾਹੁੰਦਾ ਹਾਂ। ਸਾਡੇ ਕੋਲ ਜਿਹੜੀ ਆਤਮਾ ਸਕੀਮ ਚੱਲਦੀ ਹੈ ਉਹਦੇ ਵਿੱਚ ਅਸੀਂ ਜਦੋਂ ਥੋੜ੍ਹਾ ਜਿਹਾ ਸਮਾਂ ਸਾਨੂੰ ਫ੍ਰੀ ਮਿਲਿਆ ਸੀ, ਅਸੀਂ
ਐਕਸਪੋਜ਼ਰ ਵਿਜ਼ਿਟ ਵੀ ਕਰਵਾਏ ਸਨ। ਅਸੀਂ ਕਰਤਾਰਪੁਰ ਵੀ ਕਿਸਾਨਾਂ ਨੂੰ ਲੈ ਕੇ ਗਏ, ਜਿੱਥੇ ਸੈਂਟਰ ਆਫ ਐਕਸੀਲੈਂਸ ਬਾਗਬਾਨੀ ਵਿਭਾਗ ਦਾ ਬਣਿਆ ਹੈ। ਇੱਥੋਂ ਤੱਕ ਕਿ ਅਸੀਂ ਜੋਗਿੰਦਰ ਨਗਰ ਹਿਮਾਚਲ ਦੇ ਵਿੱਚ ਜਿਹੜੇ ਆ ਮੈਡੀਸਿਨਲ ਪਲਾਂਟਸ ਦੀ ਜਿਹੜੀ ਆ ਖੇਤੀ ਕਰਾਉਣ ਵਾਸਤੇ ਉੱਥੇ ਵੀ ਆਪਣੇ ਕਿਸਾਨਾਂ ਨੂੰ ਲੈ ਕੇ ਗਏ ਸੀ, ਔਰ ਸਾਡੇ ਜਿਹੜੇ ਮੁਲਾਜ਼ਮ ਹੈ, ਸਾਡੇ ਅਫੀਸ਼ੀਅਲ ਹੈ ਜਿਹੜੇ, ਉਹਨਾਂ ਨੇ ਵੀ ਉੱਥੇ ਵਿਜ਼ਿਟ ਕੀਤਾ ਸੀ। ਔਰ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਪਿਛਲੇ ਮਹੀਨਿਆਂ ਦੇ ਵਿੱਚ ਹਿਮਾਚਲ ਦੇ ਆਪਣੇ ਧਾਰ ਬਲਾਕ ਦੇ ਵਿੱਚ ਜਿਹੜੇ ਆ ਜਿਹੜਾ ਜਨ ਅੰਦੋਲਨ ਸਾਡੇ ਆਯੁਰਵੈਦਿਕ ਡਿਪਾਰਟਮੈਂਟ ਨੇ ਸ਼ੁਰੂ ਕੀਤਾ ਸੀ, ਅਸੀਂ ਉਹਨਾਂ ਦੇ ਨਾਲ ਮਿਲ ਕੇ ਵੀ, ਕਿਉਂਕਿ ਜਿਹੜੀ ਟੋਪੋਗ੍ਰਾਫੀ ਹੈ ਸਾਡੇ ਧਾਰ ਬਲਾਕ ਦੀ ਉਹ ਬਾਕੀ ਪੰਜਾਬ ਨਾਲੋਂ ਬਿਲਕੁਲ ਅਲੱਗ ਹੈ, ਔਰ ਉੱਥੇ ਦੀਆਂ ਸਮੱਸਿਆਵਾਂ ਅਲੱਗ ਨੇ। ਅਸੀਂ ਉਹਨਾਂ ਸਮੱਸਿਆ ਨੂੰ ਵੀ ਚੈਲੰਜ ਦੇ ਰੂਪ 'ਚ ਲਿਆ ਆ, ਔਰ ਅਸੀਂ ਵੱਡੇ ਪੱਧਰ 'ਤੇ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਆ ਮੈਡੀਸਿਨਲ ਪਲਾਂਟਸ, ਔਰ ਜਿਸ ਤਰ੍ਹਾਂ ਸਾਡੇ ਇੱਥੇ ਦੇਸੀ ਆਮਲਾ ਬਹੁਤ ਵਧੀਆ ਹੁੰਦਾ ਹੈ, ਹਰੜ ਬਹੁਤ ਵਧੀਆ ਹੁੰਦੀਆਂ ਨੇ, ਬਹੇੜਾ ਬਹੁਤ ਵਧੀਆ ਹੁੰਦਾ ਹੈ, ਕਿਸਾਨਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਔਰ ਅਸੀਂ ਉਹ ਪਲਾਂਟ ਜਿਹੜੇ ਆ ਉਹਨਾਂ ਨੂੰ ਜੁਲਾਈ ਮਹੀਨੇ ਦੇ ਵਿੱਚ ਜੋਗਿੰਦਰ ਨਗਰ ਤੋਂ ਅਸੀਂ ਪ੍ਰਬੰਧ ਕਰ ਲਿਆ। ਅਸੀਂ ਉਹ ਆਉਂਦੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਲੋੜ ਮੁਤਾਬਕ, ਔਰ ਜਿੱਥੇ ਜਿੱਥੇ ਸਾਨੂੰ ਲੱਗਾ ਵੀ ਇਹ ਵਧੀਆ ਕਾਮਯਾਬ ਹੋ ਸਕਦੇ ਆ, ਉੱਥੇ ਹੀ ਲਗਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਸਾਰੀਆਂ ਗੱਲਾਂ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਧਿਆਨ 'ਚ ਲਿਆਂਦੀਆਂ ਹੋਈਆਂ ਨੇ। ਅਸੀਂ ਮੈਡੀਸਿਨਲ ਪਲਾਂਟਸ ਜਿਹੜੇ ਆ ਉਹ ਵੀ ਲਗਾਉਣ ਜਾ ਰਹੇ ਹੈਗੇ ਆ। ਇਸ ਤੋਂ ਇਲਾਵਾ ਜਿਹੜੀ ਆ ਐਗਰੋ ਫੋਰੈਸਟਰੀ ਜਿਹੜੀ ਹੈਗੀ ਆ ਉਹਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ, ਤਾਂ ਜੋ ਕਿਸਾਨ ਵੀਰ ਜਿਹੜੇ ਨੇ ਜਿੱਥੇ ਕੱਲੀਆਂ ਫਸਲਾਂ ਲਾਣੇ ਉਹਦੇ ਨਾਲ ਨਾਲ ਜਿਹੜੇ ਆ ਆਪਣੇ ਵੱਡੇ ਦਰਖਤ ਲਾ ਕੇ ਜਿਹੜੇ ਆ ਉਹਦਾ ਵੀ ਉਹ ਫਾਇਦਾ ਲੈ ਸਕਦੇ ਨੇ। ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਨੇ, ਜਿਸ ਤਰ੍ਹਾਂ ਸਾਡੇ ਕੋਲ ਪਸ਼ੂਆਂ ਜਾਨਵਰਾਂ ਦੇ ਨਾਲ ਬੜਾ ਨੁਕਸਾਨ ਹੁੰਦਾ ਹੈ, ਉਹਦੇ ਸੰਬੰਧ ਵਿੱਚ ਵੀ ਅਸੀਂ ਸਰਕਾਰ ਨੂੰ ਜਿਹੜੇ ਆ ਬੇਨਤੀ ਪੱਤਰ ਲਿਖੇ ਨੇ ਕਿ ਜਿਹੜੇ ਧਾਰ ਬਲਾਕ ਦੇ ਕਿਸਾਨ ਨੇ ਉਹਨਾਂ ਨੂੰ ਜਿਹੜੀ ਫੈਂਸਿੰਗ ਵਾਇਰ ਜਿਹੜੀ ਆ ਉਹ ਦਿੱਤੀ ਜਾਵੇ, ਤਾਂ ਜੋ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਆ ਉਹਨਾਂ ਦੀ ਫਸਲ ਨੂੰ ਬਚਾ ਸਕੀਏ। ਇੱਕ ਮੈਂ ਹੋਰ ਤੁਹਾਡੇ ਧਿਆਨ 'ਚ ਬੜੀ ਇੰਪੋਰਟੈਂਟ ਗੱਲ ਲਿਆਉਣੀ ਚਾਹੁੰਦਾ ਕਿ ਸਾਡੇ ਕੋਲ ਮੱਕੀ ਦਾ ਬਹੁਤ ਹੀ ਵਧੀਆ ਏਰੀਆ ਹੈ, ਔਰ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਸਭ ਤੋਂ ਵਧੀਆ ਦੇਸੀ ਮੱਕੀ ਦੀ ਜਿਹੜੀ ਹੈ ਉਹ ਖੇਤੀ ਹੁੰਦੀ ਹੈ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਦਾ ਜੰਗਲੀ ਜਾਨਵਰਾਂ ਕਰਕੇ ਨੁਕਸਾਨ ਹੋਣ ਕਰਕੇ ਜਿਹੜਾ ਹੈ ਇਹ ਫਸਲ ਥੋੜ੍ਹੀ ਘਟੀ ਹੈ, ਪਰ ਫਿਰ ਵੀ ਇਹ ਜਿਹੜੀਆਂ ਸਾਡੀਆਂ ਕਿਸਮਾਂ ਨੇ ਦੇਸੀ ਕਿਸਮਾਂ, ਇਹ 2 ਕਿਸਮਾਂ ਨੇ ਸਾਡੀਆਂ, ਔਰ ਇਹ ਬੜੀਆਂ ਪੁਰਾਣੀਆਂ ਨੇ। ਅਸੀਂ ਬੜੇ ਬਜ਼ੁਰਗਾਂ ਦੇ ਨਾਲ ਇਹਦੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ ਸੀ, ਤਾਂ ਸਾਨੂੰ ਕਿਸਾਨਾਂ ਨੇ ਦੱਸਿਆ ਕਿ ਇਹ ਸਾਡੀਆਂ 2 ਕਿਸਮਾਂ ਨੇ, ਇੱਕ ਚਿੱਟੀ ਮੱਕੀ ਹੈ, ਇੱਕ ਜਿਹੜੀ ਹੈ ਸਾਡੀ ਲਾਲ ਮੱਕੀ ਹੈ। ਔਰ ਇਹ ਮੱਕੀਆਂ ਦੀਆਂ 2 ਕਿਸਮਾਂ 100 ਸਾਲ ਤੱਕ ਪੁਰਾਣੀਆਂ ਹੈ ਜੀ। ਤੁਸੀਂ ਹੈਰਾਨ ਹੋ ਜਾਓਗੇ ਵੀ ਉਹਦੇ ਅੱਜ ਤੱਕ ਵੀ ਉਹਦਾ ਜੈਨੇਟਿਕ ਬਿਹੇਵੀਅਰ ਜਿਹੜਾ ਬਦਲਿਆ ਨਹੀਂ ਹੈਗਾ, ਔਰ ਲੋਕ ਉਹਨੂੰ ਬੜੇ ਟੇਸਟ ਨਾਲ ਪੈਦਾ ਕਰ ਰਹੇ। ਤਾਂ ਇਸ ਵਾਰ ਅਸੀਂ ਜਿਹੜਾ ਆ ਇਹਨਾਂ ਮੱਕੀ ਦੇ ਉੱਪਰ ਅਸੀਂ ਡੈਮੋਨਸਟ੍ਰੇਸ਼ਨਾਂ ਦੇਣ ਜਾ ਰਹੇ ਹੈਗੇ ਆ, ਔਰ ਉਹਦੇ ਵਿੱਚ ਅਸੀਂ ਕਿਸਾਨਾਂ ਨੂੰ 4000 ਰੁਪਏ ਦੇ ਕਰੀਬ ਜਿਹੜੇ ਕਿਸਾਨ ਇਹਨਾਂ ਨੂੰ ਲਗਾਉਣਗੇ, ਲਿਮਟਿਡ ਫੰਡ ਨੇ ਸਾਡੇ ਕੋਲ, ਪਰ ਅਸੀਂ ਇਹ ਬਿਲਕੁਲ ਲਗਾਉਣ ਜਾ ਰਹੇ ਹੈਗੇ ਆ। ਚੁਣਿੰਦਾ ਕਿਸਾਨਾਂ ਦੇ ਜਿਹੜੇ ਆ ਇਹ ਆਪਣੀ ਡੈਮੋ ਲਗਾਵਾਂਗੇ। ਅਸੀਂ ਬਾਸਮਤੀ, ਇੰਡੀਜਨਸ ਬਾਸਮਤੀ ਜਿਹੜੀ ਸਾਡੀ ਦੇਸੀ ਬਾਸਮਤੀ ਆ, ਉਹਦੇ ਪਲਾਟ ਵੀ ਲਗਾਉਣ ਜਾ ਰਹੇ ਆ, DSR ਦੇ ਪਲਾਟ ਵੀ ਲਗਾਉਣ ਜਾ ਰਹੇ ਆ। ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਕਿਸਾਨਾਂ ਨੂੰ ਉਹਦੀ ਖਾਦਾਂ ਦੀ ਸੁਚੱਜੀ ਵਰਤੋਂ ਕਿਵੇਂ ਕਰਨੀ ਆ ਉਹ ਵੀ ਕੰਮ ਕਰ ਰਹੇ ਹਾਂ। ਅਸੀਂ ਹੁਣ ਜਿਹੜਾ ਇਸ ਕਾਲ ਦੌਰਾਨ ਜਿਹੜਾ ਆ ਅਸੀਂ ਜਿਹੜੀਆਂ ਆਨਲਾਈਨ ਮੀਟਿੰਗਾਂ ਵੀ ਜਿਹੜੀਆਂ ਕਿਸਾਨਾਂ ਦੇ ਨਾਲ ਸ਼ੁਰੂ ਕਰ ਦਿੱਤੀਆਂ ਨੇ। ਪਿਛਲੇ ਹਫਤੇ ਅਸੀਂ ਇੱਕ ਬਹੁਤ ਵੱਡੀ ਜਿਹੜੀ ਆ ਜਿਹਦੇ ਵਿੱਚ ਸਾਡੇ ਡਾਇਰੈਕਟੋਰੇਟ ਦੇ ਮਾਨਯੋਗ ਡਾਇਰੈਕਟਰ ਸਾਡੇ ਸੁਖਦੇਵ ਸਿੰਘ ਸਿੱਧੂ ਜੀ, ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਸੀਗਾ, ਔਰ ਅਸੀਂ ਉਹ ਕਰਕੇ ਹਟੇ ਹਾਂ, ਔਰ ਭਵਿੱਖ ਵਿੱਚ ਵੀ ਜਿਹੜਾ ਆ ਇਹ ਮੀਟਿੰਗਾਂ ਅਸੀਂ ਕਰਦੇ ਰਹਾਂਗੇ। ਡਾਕਟਰ ਸਾਹਿਬ, ਜਿਵੇਂ ਕਿ ਕਰੋਨਾ ਕਾਲ ਦੇ ਸੰਕਟ ਵਿੱਚੋਂ ਇਸ ਸਮੇਂ ਅਸੀਂ ਸਾਰੇ ਗੁਜ਼ਰ ਰਹੇ ਹਾਂ, ਤੇ ਹਾਲ ਹੀ ਦੇ ਵਿੱਚ ਜੋ ਕਣਕ ਦੀ ਪੈਦਾਵਾਰ ਹੈ, ਕਣਕ ਦੀ ਫਸਲ ਦੀ ਕਟਾਈ ਹੈ, ਉਹਨੂੰ ਲੈ ਕੇ ਸਰ ਅਗਰ ਕੋਈ ਕਰੋਨਾ ਦਾ ਕੋਈ ਇਫੈਕਟ ਤਾਂ ਨਹੀਂ ਨਜ਼ਰ ਆ ਰਿਹਾ ਜੀ? ਬੜਾ ਵਧੀਆ ਤੁਹਾਡਾ ਸਵਾਲ ਹੈ ਜੀ। ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਇਸ ਵਾਰ ਕਣਕ ਦੇ ਵਿੱਚ ਅਸੀਂ ਜਿੰਨੇ ਇੱਕ ਫਸਲ ਕਟਾਈ ਤਜਰਬੇ ਕਰਦੇ ਹਾਂ, ਔਰ ਉਹਨਾਂ ਫਸਲ ਕਟਾਈ ਤਜਰਬਿਆਂ ਦੇ ਆਧਾਰ ਦੇ ਉੱਪਰ ਮੈਂ ਤੁਹਾਨੂੰ ਇੱਕ ਬੜਾ ਤੁਹਾਨੂੰ ਵਧੀਆ ਲੱਗੇਗਾ ਕਿ ਪਿਛਲੇ ਸਾਲ ਸਾਡਾ ਜਿਹੜਾ ਕਣਕ ਦਾ ਝਾੜ ਸੀਗਾ ਉਹ 3807 ਕਿਲੋ ਪ੍ਰਤੀ ਹੈਕਟੇਅਰ ਸੀਗਾ, ਜਿਹੜਾ ਕਿ ਇਸ ਵਾਰ ਵੱਧ ਕੇ 4330 ਕਿਲੋ ਪ੍ਰਤੀ ਹੈਕਟੇਅਰ ਆਇਆ। ਇਸ ਤਰ੍ਹਾਂ ਇਹ 523 ਕਿਲੋ kg ਜਿਹੜਾ ਪਰ ਹੈਕਟੇਅਰ ਜਿਹੜਾ ਸਾਡੀ ਇਸ ਵਾਰ ਕਣਕ ਦਾ ਝਾੜ ਜਿਹੜਾ ਵਧਿਆ। ਇਸੇ ਤਰ੍ਹਾਂ ਹੀ ਮੈਂ ਝੋਨੇ ਦੀ ਜੇ ਗੱਲ ਕਰਾਂ ਤੇ ਸਾਡਾ 447 ਕਿਲੋ ਪ੍ਰਤੀ ਹੈਕਟੇਅਰ ਜਿਹੜਾ ਹੈ ਪਿਛਲੇ ਸਾਲ ਜਿਹੜਾ ਝੋਨਾ ਲੱਗਾ ਸੀ ਉਹ ਤੋਂ ਪਿਛਲੇ ਸਾਲ ਨਾਲੋਂ ਇਹ ਵਧਿਆ ਹੈ। ਔਰ ਇਸ ਤੋਂ ਇਲਾਵਾ ਅਸੀਂ ਸਰੋਂ ਜਿਹੜੀ ਹੈ ਸਾਡੀ ਇੱਕ ਕਨੋਲਾ ਸਰੋਂ ਕਰਕੇ ਹੈ, ਇਸ ਵਾਰ ਸਾਡੇ ਕੋਲ ਜਿਹੜਾ ਪਿਛਲੇ ਸਾਲ ਏਰੀਆ ਲਿਮਟਿਡ ਏਰੀਆ ਸੀ 400 ਦੇ ਹੈਕਟੇਅਰ ਦੇ ਕਰੀਬ ਸੀ,
ਜੋ ਕਿ ਇਸ ਵਾਰ ਵੱਧ ਕੇ ਜਿਹੜਾ ਹੈਗਾ ਆ 1100 ਦੇ ਹੈਕਟੇਅਰ ਦੇ ਕਰੀਬ ਜਿਹੜਾ ਵਧਿਆ ਹੈਗਾ। ਔਰ ਇੱਥੇ ਇਹ ਮਤਲਬ ਮੈਂ ਇਹ ਦੱਸਣਾ ਚਾਹੁੰਦਾ ਵੀ ਕੋਵਿਡ ਦਾ ਜਿਹੜਾ ਆ ਸਾਡੀ ਉਪਜ ਦੇ ਸਾਡੀ ਪ੍ਰੋਡਕਸ਼ਨ 'ਤੇ ਕੋਈ ਫਰਕ ਨਹੀਂ ਹੈ। ਕਿਸਾਨਾਂ ਨੂੰ ਸਮੇਂ ਸਿਰ ਬੀਜ ਉਪਲਬਧ ਕਰਾਉਣਾ, ਖਾਦਾਂ ਕਰਾਉਣੀਆਂ, ਸਮੇਂ ਸਿਰ ਬਿਜਾਈ ਕਰਵਾਉਣੀ, ਔਰ ਕਿਸਾਨਾਂ ਨੂੰ ਜਿਹੜੀ ਅਸੀਂ ਜਾਣਕਾਰੀ ਦਿੱਤੀ ਹੈ ਉਹਦਾ ਕਿਸਾਨਾਂ ਵੱਲੋਂ ਜਿਹੜਾ ਪਾਲਣ ਕਰਨ ਕਰਕੇ ਹੀ ਇਹ ਸਾਰਾ ਕੁਝ ਜਿਹੜਾ ਹੈ ਮੈਂ ਦੱਸ ਰਿਹਾ ਜਿਹੜਾ ਵਾਧਾ ਇਸ ਵਾਰ ਜਿਹੜਾ ਨੋਟ ਕੀਤਾ ਗਿਆ। ਸਰ, ਕਰੋਨਾ ਕਾਲ ਦੇ ਦੌਰਾਨ ਦੇਖਣ 'ਚ ਆਇਆ ਵੀ ਗ੍ਰਾਮੀਣ ਖੇਤਰਾਂ ਦੇ ਅੰਦਰ ਇਹ ਸੈਕੰਡ ਲਹਿਰ ਦਾ ਪ੍ਰਭਾਵ ਜ਼ਿਆਦਾ ਵੇਖਣ ਨੂੰ ਮਿਲ ਰਿਹਾ। ਤੁਸੀਂ ਐਗਰੀਕਲਚਰ ਚੀਫ ਹੋਣ ਦੇ ਨਾਤੇ ਕਿਸਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋ, ਕੋਈ ਅਪੀਲ ਕਰਨਾ ਚਾਹੋ ਜੀ? ਬਿਲਕੁਲ ਜੀ, ਕਿਉਂਕਿ ਇਸ ਮਹਾਂਮਾਰੀ ਜਿਹੜੀ ਹੈ ਇਹ ਕਿਸੇ ਤੋਂ ਗੁੱਝੀ ਨਹੀਂ ਹੈਗੀ। ਹਰ ਆਦਮੀ ਜਿਹੜਾ ਹੈ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਦੋਂ ਕਿ ਤੁਹਾਡੇ ਕੋਲ ਮੀਡੀਆ ਬਹੁਤ ਸਾਰਾ ਕੰਮ ਕਰਦਾ ਹੈ, ਟੀਵੀ ਨੇ, ਹਰ ਹੱਥ 'ਚ ਮੋਬਾਈਲ ਹੈਗਾ ਆ, ਹਰ ਆਦਮੀ ਕੋਲ ਇੰਟਰਨੈਟ ਹੈਗਾ ਆ। ਇਹ ਕੋਈ ਚੀਜ਼ਾਂ ਲੁਕੀਆਂ ਛੁਪੀਆਂ ਨਹੀਂ ਹੈਗੀਆਂ। ਪਰ ਇੱਥੇ ਥੋੜ੍ਹਾ ਜਿਹਾ ਮੈਂ ਕਿਸਾਨ ਵੀਰਾਂ ਨੂੰ ਇਹ ਅਪੀਲ ਜ਼ਰੂਰ ਕਰਨੀ ਚਾਹਾਂਗਾ ਕਿ ਇਸ ਕਰੋਨੇ ਦੀ ਦੂਸਰੀ ਲਹਿਰ ਜਿਹੜੀ ਹੈ ਇਹ ਤੋਂ ਸਾਨੂੰ ਬਿਲਕੁਲ ਸੁਚੇਤ ਰਹਿਣ ਦੀ ਲੋੜ ਹੈ, ਡਰਨ ਦੀ ਲੋੜ ਨਹੀਂ ਹੈਗੀ। ਇਹਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਸਾਨੂੰ ਨਵੀਆਂ ਗਾਈਡਲਾਈਨਸ ਆਈਆਂ ਹੈ, ਜਿਹਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਹੈਂਡ ਵਾਸ਼, ਹੱਥਾਂ ਨੂੰ ਨਿਰੰਤਰ ਧੋਂਦੇ ਰਹਿਣਾ ਆ, ਮੂੰਹ 'ਤੇ ਮਾਸਕ ਬੰਨ੍ਹ ਕੇ ਰੱਖਣਾ ਆ, ਔਰ ਜਿਹੜਾ ਸੋਸ਼ਲ ਡਿਸਟੈਂਸਿੰਗ ਆ ਸਾਡਾ ਉਹਦੀ ਪਾਲਣਾ ਜਿਹੜੀ ਆ ਸਾਨੂੰ ਆਪਣੇ ਘਰਾਂ 'ਚ ਵੀ ਕਰਨੀ ਚਾਹੀਦੀ ਹੈ, ਸਾਨੂੰ ਸੱਥਾਂ 'ਚ ਵੀ ਕਰਨੀ ਚਾਹੀਦੀ ਹੈ। ਔਰ ਜੇ ਕਿਤੇ ਅਸੀਂ ਕਿਤੇ ਕੋਈ ਚੀਜ਼ ਖਰੀਦਣ ਜਾਂਦੇ ਆ ਜਾਂ ਕਿਤੇ ਰਿਸ਼ਤੇਦਾਰ ਦੇ ਵੀ ਜਾਂਦੇ ਆ, ਸਾਨੂੰ ਉੱਥੇ ਵੀ ਇਹਦੀ ਪਾਲਣਾ ਕਰਨ ਦੀ ਲੋੜ ਹੈ, ਤਾਂ ਜੋ ਅਸੀਂ ਜਿਹੜਾ ਹੈ ਇਸ ਮਹਾਂਮਾਰੀ ਦਾ ਜਿਹੜਾ ਡਟ ਕੇ ਜਿੱਥੇ ਮੁਕਾਬਲਾ ਕਰ ਸਕੀਏ ਉੱਥੇ ਇਹ ਤੋਂ ਬਚ ਵੀ ਸਕੀਏ। ਕਿਉਂਕਿ ਇਸ ਨੂੰ ਲਾਈਟਲੀ ਲੈਣ ਦੀ, ਹਲਕੇ 'ਚ ਲੈਣ ਦੀ ਲੋੜ ਨਹੀਂ ਹੈਗੀ। ਪਿਛਲੇ ਵਾਰ ਲੋਕਡਾਊਨ ਦੇ ਵਿੱਚ ਇਹ ਪਿੰਡਾਂ ਦੇ ਵਿੱਚ ਇਹ ਜੋ ਕਰੋਨਾ ਦੀ ਲਹਿਰ ਸੀ ਉਹਦਾ ਅਸਰ ਘੱਟ ਦੇਖਣ ਨੂੰ ਆਇਆ ਸੀ, ਪਰ ਹੁਣ ਜਿਹੜਾ ਹੈ ਇਹਦਾ ਅਸਰ ਜਿਹੜਾ ਆ ਉਹ ਪਿੰਡ ਪੱਧਰੀ ਤੱਕ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ। ਪਰ ਇਸ ਕਰਕੇ ਇਹ ਤੋਂ ਡਰਨਾ ਨਹੀਂ ਹੈ। ਸਰਕਾਰ ਦੀਆਂ ਜਿਹੜੀਆਂ ਗਾਈਡਲਾਈਨਸ ਨੇ, ਮੈਂ ਵਾਰ-ਵਾਰ ਇਹ ਅਪੀਲ ਕਰ ਰਿਹਾ ਵਾਂ ਕਿ ਸਰਕਾਰ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਨੇ ਜਿਹੜੀ ਇਹ ਹਦਾਇਤ ਜਾਰੀ ਕੀਤੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਹਲਕੇ 'ਚ ਨਹੀਂ ਲੈਣਾ ਹੈਗਾ, ਉਹਨੂੰ ਮੰਨਣਾ ਹੈ ਆਪਾਂ, ਔਰ ਮੰਨ ਕੇ ਆਪਣੇ ਪਰਿਵਾਰ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਚੁਗਿਰਦੇ ਨੂੰ, ਆਪਣੇ ਆਲੇ ਦੁਆਲੇ ਨੂੰ ਜਿਹੜਾ ਆ ਸੇਫ ਰੱਖਣਾ ਹੈ ਅਤੇ ਆਪਣੇ ਆਪ ਨੂੰ ਵੀ ਸੇਫ ਰੱਖਣਾ ਹੈ, ਤਾਂ ਜੋ ਆਪਾਂ ਇੱਕ ਸੁਚੱਜਾ ਜਿਹੜਾ ਸਮਾਜ ਹੈ ਉਹਨੂੰ ਆਪਾਂ ਸਿਰਜ ਸਕੀਏ। ਨਮਸਕਾਰ ਜੀ, ਇਹ ਸਨ ਡਾਕਟਰ ਹਰਤਰਨ ਸਿੰਘ ਜੀ, ਐਗਰੀਕਲਚਰ ਚੀਫ ਆਫਿਸਰ ਪਠਾਨਕੋਟ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕੋਵਿਡ ਕਾਲ ਦੇ ਦੌਰਾਨ ਅਸੀਂ ਕਿਹਨਾਂ ਸਾਵਧਾਨੀਆਂ ਨੂੰ